खालसा वाहिगुरू जी की फतेह। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਜਿਸ ਤਰ੍ਹਾਂ ਅਸੀਂ ਜਾਣਦੇ ਕਿ ਜੂਨ 1984 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ਼੍ਰੀ ਹਰਿਮੰਦਰ ਸਾਹਿਬ ਤੇ ਫੌਜਾਂ ਲੈ ਕੇ ਹਮਲਾ ਕੀਤਾ, ਜਿਸ ਵਿੱਚ ਹਜ਼ਾਰਾਂ ਬੇਕਸੂਰ ਬਜ਼ੁਰਗ, ਔਰਤਾਂ, ਬੱਚੇ ਤੇ ਸ਼ਰਧਾਲੂ ਮਾਰੇ ਗਏ। 31 ਅਕਤੂਬਰ ਦੀ ਸ਼ਾਮ ਨੂੰ ਇੰਦਰਾ ਗਾਂਧੀ ਦੇ ਦੋ ਬਾਡੀਗਾਰਡਾਂ ਸਰਦਾਰ ਸਤਵੰਤ ਸਿੰਘ ਤੇ ਸਰਦਾਰ ਬੇਅੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਉਸ ਦੇ ਕੀਤੇ ਲਈ ਸਜ਼ਾ ਜ਼ਾਬਤਾ ਕੀਤਾ। समय के प्रेसिडेंट ज्ञानी जैल सिंह ने नेहरू खानदान नाल अपनी लॉयल्टी साबित करदियां इंदिरा गांधी के पुत्र राजीव गांधी नूं भारत के प्रधानमंत्री वजों सौं चुकाई। फिर 31 अक्तूबर तो लैके 5 नवंबर तक कांग्रेस के आगुआं ने किराए दे लोकां नूं लैके सिखां दा खुलेआम शिकार खेडिया। एक आंकड़े मुताबिक 30,000 तो ज्यादा बेकसूर सिखां ने बिना वजों अपनियां जानां गवाईयां। पिछले 29 साल विच इस कतलेआम लई 10 तो ज्यादा कमिशन ते कमेटियां बैठ चुकियां हैं, पर इस सिख नस्लकुशी के मुख्य दोषी हजे भी कानून की गिरफ्त तो बाहर हैं। आप दी जानकारी लिए असीं यह भी दस देना चाहते हैं कि सोनिया गांधी पिछले लंबे समय तो इन्हां कातलों नूं प्रोटैक्ट कर रही है। अजकल एक किसी बीमारी का इलाज करवाने लिए न्यूयॉर्क विच आई हुई है। अज असीं तुहाडी मुलाकात सिक्स फॉर जस्टिस के फाउंडर एंड अटॉर्नी एट लॉ सरदार गुरपतवंत सिंह पन्नू जी नाल करवाउण जा रहे हैं, जिन्हां ने सही मौके का इस्तेमाल करदिआं बीते बुधवार नूं यूएस फैडरल कोर्ट ईस्टर्न डिस्ट्रिक्ट न्यूयॉर्क तो सोनिया गांधी नूं समन जारी करवाए हैं। अज असीं इस केस बारे ते होर मसलियां संबंधी भी इन्हां कोलों जानकारी लवांगे ते साडे नाल हुण लाइन ते जुड़ चुके ने सरदार गुरपतवंत सिंह पन्नू जी। वीर जी वाहिगुरू जी का खालसा वाहिगुरू जी की फतेह। हाँ जी, तुहानूं भी ते टीवी 84 वेखण वाले सारे भैणां दे भरावां नूं वाहिगुरू जी का खालसा वाहिगुरू जी की फतेह। जी वीर जी ये सोनिया गांधी के स्टेटस तो पहला असीं जानना चाहते हैं कि सोनिया गांधी दा विजिट सी बड़ा प्राइवेट सी, इस बारे काफी मीडिया नूं भी पता नहीं सी, फिर सिक्स फॉर जस्टिस नूं किवें जानकारी पई कि ओह न्यूयॉर्क आ रहे हैं? ਉਹਦੇ ਚ ਭੈਣ ਜੀ ਇਦਾਂ ਨਾ ਵੀ ਜਿੰਨੇ ਵੀ ਸਿੱਖ ਕੌਮ ਦੇ ਕਾਤਲ ਹੈ ਤੇ ਜਿਨ੍ਹਾਂ ਨੇ ਵੀ ਸਿੱਖ ਕੌਮ ਦੇ ਕਾਤਲਾਂ ਨੂੰ ਪੁਸ਼ਤ ਪਨਾਹੀ ਕਰਨ ਵਾਲੇ ਆ ਜੀ, ਅਸੀਂ ਉਹਨਾਂ ਨੂੰ ਲੰਬੇ ਅਰਸੇ ਤੋਂ ਫਾਲੋ ਕਰ ਰਹੇ ਹਾਂ। ਹਾਂਜੀ। ਔਰ ਜਿਵੇਂ ਕਿ ਤੁਸੀਂ ਹੁਣ ਵੀ ਦੇਖ ਚੁੱਕੇ ਹੋ ਕਿ ਕੇਸ ਜਿਹੜੇ ਹੈ ਅਸੀਂ ਇਹਨਾਂ ਦੀ ਆਪ ਦੇ ਜੋ ਇਹਨਾਂ ਨੇ ਜੁਰਮ ਕੀਤੇ ਆ, ਹਾਂਜੀ, ਚਾਹੇ ਇਹਨਾਂ ਨੇ ਆਪ ਕਤਲ ਕੀਤੇ ਹੈ, ਕਤਲ ਕਰਵਾਏ ਹੈ ਜਾਂ ਕਤਲ ਕਰਵਾਉਣ ਵਾਲੇ ਸਿੱਖਾਂ ਦੀ ਇਹ ਪੁਸ਼ਤ ਪਨਾਹੀ ਕਰ ਰਹੇ ਹੈ ਜੀ। तो समय ਜਦੋਂ ਮੌਕਾ ਸਾਨੂੰ ਮਿਲਦਾ ਹੈ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਅਸੀਂ ਉਹ ਕੇਸ ਜਿਹੜੇ ਹੈ ਦਰਜ ਕਰਵਾ ਰਹੇ ਹਾਂ। ਹਾਂਜੀ। ਔਰ ਇਹੋ ਜਿਹਾ ਹੀ ਮੌਕਾ ਮੰਡੇ ਤੋਂ ਜਦੋਂ ਸਤੰਬਰ 1 ਸੀ ਆਪਣੇ 2 ਤੋਂ ਸਾਡੇ ਹੱਥ ਵਿੱਚ ਸੀ ਕਿ ਕਾਂਗਰਸੀ ਪ੍ਰਧਾਨ ਸੋਨੀਆ ਜਿਹੜੀ ਹੈ, ਹਾਂਜੀ, ਉਹ ਅਮਰੀਕਾ ਦੇ ਵਿੱਚ ਪਹੁੰਚ ਰਹੀ ਹੈ, ਨਿਊਯਾਰਕ ਦੇ ਵਿੱਚ ਜੀ। तो ਅਸੀਂ ਆਪਣੀ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕੀਤੀ। ਹਾਂਜੀ। ਔਰ ਇੱਕ ਸਿਵਲ ਲਾਸੂਟ ਜਿਹੜਾ ਹੈ ਉਹਦੇ ਸੰਮਨ ਜਿਹੜੇ ਆ ਉਹ ਯੂਐਸ ਫੈਡਰਲ ਕੋਰਟ ਦੇ ਵਿੱਚੋਂ ਜੀ ਜਾਰੀ ਕਰਵਾਏ ਜੀ ਸੋਨੀਆ ਦੇ ਖਿਲਾਫ। ਹਾਂਜੀ। ਤੇ ਵਿਜੇ ਕਿਸ ਕਾਨੂੰਨ ਥਲੇ ਤੁਸੀਂ ਕੀਤਾ ਸਾਰਾ ਕੇਸ ਦਰਜ? ਇਹ ਹੈ ਜੀ ਇਦਾਂ ਕਿ ਨਵੰਬਰ 1984 ਜਦੋਂ ਸਮੇਂ ਦੀ ਹਕੂਮਤ ਰਾਜੀਵ ਗਾਂਧੀ ਦੇ ਹੱਥ 'ਚ ਸੀ, ਹਾਂਜੀ, ਔਰ ਡਿਫੈਂਸ ਜਿਹੜੀ ਹੈ ਉਹ ਸਾਰੀ ਨਰਸਿਮਹਾ ਰਾਓ ਦੇ ਹੱਥ 'ਚ ਸੀ, ਹਾਂਜੀ। ਉਹਨਾਂ ਨੇ ਪੂਰੇ ਦੇਸ਼ ਭਰ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ, ਦੇਸ਼ ਭਰ ਦੀ ਜਿਹੜੀ ਪੁਲਿਸ ਫੋਰਸ ਹੈ, ਦੇਸ਼ ਭਰ ਦੇ ਵਿੱਚ ਜੋ ਆਰਮੀ ਹੈ, ਉਹਨਾਂ ਨੂੰ ਆਪਣੇ ਹੱਥ ਵਿੱਚ ਲਿਆ। ਔਰ 19 ਸਟੇਟਾਂ ਦੇ ਵਿੱਚ 19 ਸਟੇਟਸ ਜਿਹੜੀਆਂ ਹੈਗੀਆਂ ਇੰਡੀਆ ਦੀਆਂ, ਸੈਂਕੜੇ ਤੋਂ ਵੱਧ ਸ਼ਹਿਰਾਂ ਦੇ ਵਿੱਚ ਸਿੱਖਾਂ ਦੀ ਜਿਹੜੀ ਹੈ ਸ਼ਰੇਆਮ 3 ਦਿਨ ਕਤਲੋਗਾਰਤ ਹੁੰਦੀ ਰਹੀ। ਔਰ ਆਰਮੀ ਔਰ ਪੁਲਿਸ ਜਿਹੜੀ ਹੈ, ਆਰਮੀ ਚੁੱਪ ਕਰਕੇ ਵੇਖਦੀ ਰਹੀ ਔਰ ਪੁਲਿਸ ਜਿਹੜੀ ਹੈ ਉਹ ਆਪਣੀਆਂ ਗੱਡੀਆਂ 'ਚ, ਸਰਕਾਰੀ ਗੱਡੀਆਂ 'ਚ ਉਹਨਾਂ ਕਾਤਲਾਂ ਨੂੰ ਭਰ ਕੇ ਲਿਜਾ ਕੇ, ਹਾਂਜੀ, ਜਿੱਥੇ ਸਿੱਖਾਂ ਦੀਆਂ ਪਾਪੂਲੇਸ਼ਨ ਸੀ, ਜਿੱਥੇ ਸਿੱਖਾਂ ਦੀਆਂ ਕਾਲੋਨੀਜ਼ ਸੀਗੀਆਂ, ਉਹਨਾਂ ਦੇ ਉੱਤੇ ਇਹਨਾਂ ਨੇ ਹਮਲਾ ਕੀਤਾ ਤੇ ਉਹਨਾਂ ਨੂੰ ਚੁਣ ਕੇ ਮਾਰਿਆ। ਰਾਜੀਵ ਤੋਂ ਬਾਅਦ ਘੱਟੋ ਘੱਟ ਰਾਜੀਵ ਦੇ ਸਾਹਮਣੇ ਦੇ ਇਹ ਲਫ਼ਜ਼ ਹੈ ਕਿ ਉਸਨੇ ਮੀਡੀਆ ਨੂੰ ਉਦੋਂ ਦੱਸਿਆ ਸੀ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤੇ ਧਰਤੀ ਹਿੱਲਦੀ ਹੈ, ਔਰ ਧਰਤੀ ਜਿਹੜੀ ਹੈ ਉਹ ਸਿੱਖ ਕੌਮ ਵਾਸਤੇ ਹਿੱਲੀ। ਔਰ ਇੱਕ ਆਰਗੇਨਾਈਜ਼ਡ ਤਰੀਕੇ ਨਾਲ ਇੱਕ ਜਿਹੜੀ ਵਾਇਲੈਂਸ ਹੈ, ਜੈਨੋਸਾਈਡਲ ਅਟੈਕਸ ਸਿੱਖਾਂ ਦੇ ਉੱਤੇ ਜਿਹੜੇ ਆ ਉਹ ਥਰੂ ਆਊਟ ਇੰਡੀਆ ਰਾਜੀਵ ਗਾਂਧੀ ਦੀ ਦੇਖ ਰੇਖ 'ਚ ਹੋਏ। तो उदों भी सोनिया गांधी उस परिवार का, उस कतलो गारत का हिस्सा सी।
अपने अखां सामने इसने वेख्या कि इसके परिवार दे जिहड़ा इसदा राजीव गांधी सी किवें उन्हें सिखां दी कतलो गारत कराई। और इस औरत ने कहंदे भी औरत का जिहड़ा दिल है वो किसी का कतल हुंदा रेप हुंदा वेखे ते ओहदी अख जिहड़ी है वो गिल्ली हुंदी है। पर ये इन्नी सख्त दिल की औरत है कि इन्हें अजे तक किसी भी सिख धी भैन दे वास्ते एक बारी आवाज मुंह चों नहीं कड्डी, बल्कि राजीव गांधी तो बाद उन्हां ही कातलां नूं उसे ही पार्टी में हैड करती है और उन्होंने पुष्ट पनाई कर रही है। हाँ जी। चाहे वो कमलनाथ होवे जी, कमलनाथ नूं यह अपने राइट साइड के उत्ते रखती है। हाँ जी। और जदों राजीव गांधी जी साल भर साल ये अपनी उत्थे मनाउंदे है, उन्होंने अपने कमलनाथ नूं नाल लैके उत्थे जांदी है। हाँ जी। और इहो जिहे जगदीश टाइटलर, सज्जन कुमार और सैकड़े वो लीडर है, इन्होंने 3-4 का तो नाम सामने आया, पर सैकड़े लीडर है जिन्होंने अर्जुन सिंह भी सी, ML फोतेदार सी, मतलब सैकड़े नाम असीं तुहानूं दस सकते हैं जिन्होंने इन्हें स्थापना दी हुई है। हाँ कारण वही कि सिखां की जदों कतलो गारत हुंदी है, सिखां की जदों नस्ल कुशी हुई है, वो जदों सरकार ने आप अपनी देख रेख दे विच कराई होवे तो उन्हां दी पुष्ट पनाई क्यों नहीं करनगे। हाँ जी। तो सोनिया का जिहड़ा जुर्म है, अज कई सवाल सामने आए ने। हाँ जी। और सब तो वड्डे दागी जिहड़े है अखीर दे विच वो फिर कैप्टन अमरिंदर वर्गे और जगमीत बराड़ वर्गे निकले है, जिन्हां ने अपनी गुलामी की निशानी अज फिर विखाई है। हाँ जी। और कारण यही है कि जदों तुसीं कतल करने वाले नूं अपने घर दे विच जगह दिओगे और उसनूं अपनी सरकार दे विच मिनिस्ट्री बनाओगे जी, ते उसका जुर्म जिहड़ा है वो कतल करने वाले दे बराबर दा ही हुंदा है। हाँ जी। यही कारण है कि सोनिया गांधी के खिलाफ असीं ईस्टर्न डिस्ट्रिक्ट दे विच सिखां दे कातलां दी पुष्ट पनाई करन दा केस जिहड़ा वो दर्ज करवाया है जी। ਤੇ ਵੀਰ ਜੀ ਇਹ ਵੀ ਦੱਸੋ ਜਿਹੜੇ ਇੱਥੇ ਜਰਸੀ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਕਨਵਿੰਸ ਕੀਤਾ ਕਿ ਸੋਨੀਆ ਗਾਂਧੀ ਹੈ ਜਿਹੜੀ ਕਾਤਲਾਂ ਨੂੰ ਪ੍ਰੋਟੈਕਟ ਕਰ ਰਹੀ ਹੈ? ਜੀ ਇਹ ਸਿਵਲ ਕੇਸ ਹੈ। ਹਾਂਜੀ। ਇਹ ਹਜੇ ਮੈਰਿਟਸ ਦੇ ਉੱਤੇ ਕਿਸੇ ਵੀ ਜਗ੍ਹਾ ਤੇ ਕਨਵਿੰਸ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਸੀਂ ਪੁਰਾਣੇ ਕੇਸਿਸ ਸਾਡੇ ਦੇਖ ਲਓ, ਚਾਹੇ ਉਹ ਕਮਲਨਾਥ ਦੇ ਖਿਲਾਫ ਹੈ ਚਾਹੇ ਕਾਂਗਰਸ ਦੇ ਖਿਲਾਫ ਹੈ, ਮੈਰਿਟਸ ਦੇ ਉੱਤੇ ਮੈਰਿਟਸ ਨੂੰ ਆਪਾਂ ਕਹਿੰਦੇ ਹਾਂ ਫੈਕਟਸ, तथ्यां के आधार के उत्ते इन्हां दे कोल कोई जवाब नहीं गा, क्योंकि इन्हां ने रल के 30,000 तो वध सिखां दी कतलो गारत कीती है जी। जिहड़ा केस दर्ज करीदा सिविल सूट, उसका सिर्फ मकसद जदों स्टार्ट करना हुंदा है ते कोर्ट पहला ये वेखदा भी ये मेरी अधिकार क्षेत्र दे विच केस आउंदा है कि नहीं आउंदा जी, जिसनूं आपां सबजैक्ट मैटर जुरिसडिक्शन कहने हैं। हाँ जी। कि जिहड़ा केस सोनिया गांधी के खिलाफ एक कंप्लेंट सामने आई है, हाँ जी, कि जो कानून थले ये गल करते पे है वो कानून मेरे अधिकार क्षेत्र थले है, उस केस नूं मैं सुन सकदा कि नहीं सुन सकदा। जिहड़े फैक्ट्स की गल है भी तत्थ हैगे है भी सोनिया गांधी का हथ की सीगा, ਉਹਦੇ ਚ ਤਾਂ ਨਾ ਇਹ ਅੱਜ ਜਵਾਬਦੇਹੀ ਆਪਾਂ ਨੂੰ ਦੇ ਸਕਦੇ ਆ, ਨਾ ਇਹ ਕੋਰਟ ਨੂੰ ਦੇ ਸਕਦੇ, ਨਾ ਅਗਲੀ ਸਦੀ ਦੇ ਵਿੱਚ ਦੇ ਸਕਣਗੇ ਜੀ। ਇਹਨਾਂ ਨੇ ਜੇ ਕੇਸ ਲੜਨੇ ਆ ਜਾਂ ਜਿਵੇਂ ਲੜਦੇ ਆ ਉਹ ਹਮੇਸ਼ਾ ਆਪਣੀ ਤਾਕਤ ਦੇ ਉੱਤੇ ਲੜ ਰਹੇ ਆ। ਹਾਂਜੀ। ਜਿਵੇਂ ਪ੍ਰਕਾਸ਼ ਬਾਦਲ ਨੇ ਲੜਿਆ, ਜਿਵੇਂ ਕਮਲਨਾਥ ਨੇ ਲੜਿਆ, ਜਿਵੇਂ ਕਾਂਗਰਸ ਲੜ ਰਹੀ ਹੈ। ਹਾਂਜੀ। ਉਹ ਹਮੇਸ਼ਾ ਸੰਬੰਧ ਦੇ ਉੱਤੇ ਹੀ ਕੇਸ ਸ਼ੁਰੂ ਹੋ ਜਾਂਦਾ ਹੈ ਕਿ ਜੀ ਸੰਬੰਧ ਜਿਹੜੇ ਆ ਉਹ ਪ੍ਰੋਪਰ ਇਸ਼ੂ ਕੀਤੇ, ਸੰਬੰਧ ਇਹਨਾਂ ਨੇ ਸਾਨੂੰ ਹੱਥ 'ਚ ਨਹੀਂ ਫੜਾਏ, ਸੰਬੰਧ ਇਹਨਾਂ ਨੇ ਸਾਨੂੰ ਪੜ੍ਹ ਕੇ ਨਹੀਂ ਸੁਣਾਏ। ਤੋ ਇਹੀ ਵੱਡੀਆਂ ਵੱਡੀਆਂ ਜਿਹੜੀਆਂ ਲਾਅ ਫਰਮਾਂ ਇੱਥੇ ਅਮਰੀਕਾ ਦੇ ਵਿੱਚ ਹੈ ਜਾਂ ਕਿਸੇ ਵੀ ਦੇਸ਼ 'ਚ ਹੁੰਦੀਆਂ, ਉਹ ਜਿਵੇਂ ਕਾਤਲਾਂ ਨੂੰ ਇੰਡੀਆ 'ਚ ਬਚਾ ਰਹੇ ਆ, ਉੱਥੋਂ ਦੇ ਉਹਨਾਂ ਦੇ ਵਕੀਲ ਔਰ ਉੱਥੋਂ ਦਾ ਸਿਸਟਮ ਉੱਦਾਂ ਹੀ ਇੱਥੇ ਬਚਦੇ ਆ ਜੀ ਜੀ। ਤੇ ਵੀਰ ਜਿਹੜੇ ਇਹ ਕੇਸਿਸ ਏਲੀਅਨ ਟੋਰ ਕਲੇਮ ਐਕਟ ਐਂਡ ਦ ਟੋਰਚਰ ਵਿਕਟਮ ਪ੍ਰੋਟੈਕਸ਼ਨ ਐਕਟ ਥੱਲੇ ਕੀਤਾ ਗਿਆ ਹੈ, ਅਤੇ ਇਹਨਾਂ ਦੋਵੇਂ ਕਾਨੂੰਨਾਂ ਬਾਰੇ ਵੀ ਸਾਡੇ ਸੰਗਤਾਂ ਨੂੰ ਜਿਹੜਾ ਵੇਰਵਾ ਦਿਓ। देखो जो भी असी केस जिहड़े एलियन टॉर्च क्लेम्स एक्ट या टॉर्चर विक्टिम्स प्रोटेक्शन एक्ट है जी, ये चाहे बहुत पुराना कानून है यूएसए दा, हाँ जी, पर जिहड़ी इस कानून दी जुरिसडिक्शन है, जो इस कानून दे तत्थ है, हाँ जी, वो ये है भी जे किसी भी
इंसान की, किसी भी इंडिविजुअल की, किसी भी परसन की या किसी कम्यूनिटी की मनुखी अधिकारां की उलंघना अमेरिका की धरती तो बाहर हुंदी है। मीनस अंतरराष्ट्रीय लैवल ते हुंदी है, इंटरनेशनल लैवल ते हुंदी है। जिवें सिख कौम की मनुखी अधिकारां की उलंघना, उन्हां दी एक्स्ट्रा जुडिशियल किलिंग्स, उन्हां दे टार्चर, उन्हां दी शरेआम रेप जिहड़े इंडिया दे विच होए आ जी, ते इह कानून कहंदा है कि जे ओह करन वाले जिन्हां ने मनुखी अधिकारां की उलंघना की है, टार्चर किया है, किलिंग की है, ਜਾਂ एडिंग एंड अबैटिंग की है, ਜਾਂ कमैंड एंड प्रोटेक्ट करते हैं, हाँ जी, जे वो साडी अमेरिका की धरती दे विच आउणगे जी, तां वो साडे जिहड़े कोर्ट सिस्टम है, जो साडे इत्थे फैडरल कोर्ट सिस्टम है, वो ਉਹਦੇ अधिकार खेतर विच आउणगे, ਉਹਨਾਂ ਦੇ ਉੱਤੇ ਮਾਨਹਾਨੀ ਦਾ ਸਿਵਲ ਲਾ ਸੂਟ ਜਿਹੜਾ ਹੈ ਕੀਤਾ ਜਾ ਸਕਦਾ ਹੈ। ਜਿਵੇਂ ਕਿ ਅਸੀਂ ਸੋਨੀਆ ਗਾਂਧੀ ਦੇ ਖਿਲਾਫ ਈਸਟਰਨ ਡਿਸਟ੍ਰਿਕਟ ਦੇ ਵਿੱਚ ਆਲਰੇਡੀ ਮੁਕੱਦਮਾ ਦਾਇਰ ਕਰਕੇ ਸ਼ੁਰੂ ਕੀਤਾ ਹੈ ਜੀ। ਤੇ ਵੀਰ ਜੀ, ਜਿਹੜੇ ਇਸ ਕਿਸਮ ਦੇ ਕੇਸਿਸ ਹੁੰਦੇ ਆ, ਇਸ ਵਿੱਚ ਕਦੀ ਡਿਫੈਂਡਰ ਨੂੰ ਹਰਜ਼ਾਨਾ ਦੇਣਾ ਪੈਂਦਾ ਹੈ ਜਾਂ ਫਿਰ ਇਹ ਉਸ ਦੀ ਲਾਈਫ ਜਸਟ ਡਿਫਿਕਲਟ ਬਣਾਉਣ ਲਈ ਹੁੰਦੇ ਨੇ? ਜੀ ਇਹ ਜਿਹੜਾ ਜਿੱਦਾਂ ਏਲੀਅਨ ਟਾਰਚ ਕਲੇਮ ਐਕਟ ਹੈ, ਜੇ ਤੁਸੀਂ ਇਸ ਦਾ ਜ਼ੈਸਟ ਪੜੋ, ਮਤਲਬ ਕਿ ਇਹਦਾ ਆਧਾਰ ਪੜੋ, ਉਹਦਾ ਆਧਾਰ ਹੀ ਇਹ ਹੈ ਕਿ ਜਦੋਂ ਵੀ ਕਿਸੇ ਦੇਸ਼ ਵਿੱਚ ਕਿਸੇ ਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਣੀ ਹੈ, ਮੈਂ ਆਪਣੀ ਸਿੱਖ ਕੌਮ ਦੀ ਤੇ ਇੰਡੀਆ ਦੀ ਹੀ ਗੱਲ ਕਰਦਾ ਹਾਂ, ਉੱਥੋਂ ਤੁਹਾਨੂੰ ਇਨਸਾਫ ਕਿਵੇਂ ਮਿਲ ਸਕਦਾ ਜੀ। ਪਿਛਲੇ 30 ਸਾਲ ਤੋਂ ਨਵੰਬਰ 1984 ਨੂੰ ਦਿੱਲੀ ਦੇ ਸਿੱਖ ਵਿਰੋਧੀ ਦੰਗੇ ਕਹਿ ਕੇ ਇਹਨਾਂ ਨੇ ਲੁਕੋਇਆ ਹੋਇਆ ਸੀ। ਜਿਹੜੀ ਆਰਗੇਨਾਈਜੇਸ਼ਨ, ਜਿਹੜੀ ਸੰਸਥਾ, ਜਿਹੜਾ ਸਿੱਖ ਆਵਾਜ਼ ਚੁੱਕਦਾ ਸੀ, ਉਸਨੂੰ ਅੱਤਵਾਦੀ ਮਿਲੀਟੈਂਟ ਤੇ ਟੈਰਰਿਸਟ ਆਰਗੇਨਾਈਜੇਸ਼ਨ ਜਿਹੜੀ ਹੈ ਕਰਾਰ ਕਰਵਾਉਣ ਦੀ ਕੋਸ਼ਿਸ਼ ਕਰਦੇ ਹੈ, ਆਪਣੇ ਪੈਸੇ ਦੇ ਜ਼ੋਰ ਤੇ, ਆਪਣੀ ਇਕਨੋਮਿਕਸ ਦੇ ਜ਼ੋਰ ਦੇ ਉੱਤੇ। ਔਰ 30 ਸਾਲਾਂ ਤੋਂ ਬਾਅਦ ਜਦੋਂ ਇਹ ਸਾਰੀ ਕੌਮ ਔਰ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਆਪਣੀ ਡਾਕੂਮੈਂਟੇਸ਼ਨ ਬਾਹਰ ਕੱਢਣੀ ਸ਼ੁਰੂ ਕੀਤੀ ਹੈ ਜੀ, ਤੇ ਉਦੋਂ ਇਹ ਪਤਾ ਲੱਗਾ ਕਿ ਇਹ ਸਿੱਖ ਵਿਰੋਧੀ ਦੰਗੇ ਨਹੀਂ ਸੀ, ਇਹ ਸਿੱਖਾਂ ਦੀ ਨਸਲਕੁਸ਼ੀ ਸੀ। ਹਾਂਜੀ। ਸੋ ਜਦੋਂ ਅਸੀਂ ਕੇਸ ਦਰਜ ਕਰਵਾਉਂਦੇ ਹਾਂ ਤੇ ਜਦੋਂ ਇਹ ਕਾਨੂੰਨ ਜਿਹੜਾ ਏਲੀਅਨ ਟਾਰਚ ਤੇ CVPA ਯੂਜ਼ ਕਰਦੇ ਹਾਂ, ਉਹਦਾ ਮੁੱਖ ਆਧਾਰ ਹੈ ਕਿ ਜਿਹੜੇ ਵਿਕਟਮਸ ਹੈ, ਜਿਹੜੇ ਸਿੱਖ ਹੈ, ਉਹ ਆਪਣੀ ਸਾਈਡ ਦੀ ਜਿਹੜੀ ਸਹੀ ਟਰੂਥ ਹੈ, ਜੋ ਸੱਚ ਹੈ, ਉਹ ਦੁਨੀਆ ਦੇ ਸਾਹਮਣੇ ਦੱਸ ਸਕਣ। ਹਾਂਜੀ। ਇਸ ਦੇ ਵਿੱਚ ਸੋਨੀਆ ਗਾਂਧੀ ਦੇ ਕੇਸ ਦੇ ਵਿੱਚ ਸਾਡੇ ਕੋਲ 120 ਦਿਨ ਹੈ ਕਿ ਅਸੀਂ ਜਿਹੜੇ ਕੋਰਟ ਚੋਂ ਸੰਮਨ ਜਾਰੀ ਕਰਵਾਏ ਹੈ ਜੀ, ਉਹ ਅਸੀਂ ਇਸ ਨੂੰ ਕਿਵੇਂ ਪੁੱਜਦੇ ਕਰਨੇ ਹੈ। ਹਾਂਜੀ। ਉਹਦੇ ਜਿਹੜੇ ਤਰੀਕੇ ਹੈ, ਇੱਕ ਤੇ ਹੈ ਵੀ ਇਸ ਨੂੰ ਆਪ ਦਿੱਤੇ ਜਾ ਸਕਣ ਜੀ, ਜਿਹੜਾ ਕਿ ਬਹੁਤ ਹੀ ਮੁਸ਼ਕਲ ਹੈ, ਕਿਉਂਕਿ ਜਿੱਥੇ ਵੀ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ, ਜਿੱਥੇ ਵੀ ਉਸ ਨੂੰ ਰੱਖਿਆ ਜਾ ਰਿਹਾ ਹੈ, ਉਹ ਆਈ ਐਮ ਸ਼ੋਰ ਕਿ USA ਦੀ ਜਿਹੜੀ ਟਾਪ ਏਜੰਸੀ ਹੈ ਤੇ ਇੰਡੀਆ ਦੀਆਂ ਜਿਹੜੀਆਂ ਏਜੰਸੀਆਂ ਉਸ ਨੂੰ ਪ੍ਰੋਟੈਕਟ ਕਰ ਰਹੀਆਂ ਜੀ। ਬਿਲਕੁਲ। ਦੂਸਰਾ ਹਿੱਸਾ ਹੈ ਕਿ ਜਿਹੜੇ ਇਹਨਾਂ ਦੇ ਇੱਥੇ ਸਾਥੀ ਹੈ ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ ਦੇ, ਹਾਂਜੀ, ਜਿਨ੍ਹਾਂ ਨੇ ਅੱਜ ਕੋਸ਼ਿਸ਼ ਵੀ ਕੀਤੀ ਹੈ, ਇੱਕ ਬੜੀ ਧਮਕੀ ਵਾਲਾ ਪੱਤਰ ਕੱਢਿਆ ਉਹਨਾਂ ਨੇ, ਪ੍ਰੈਸ ਰਿਲੀਜ਼, ਕਿ ਸਿੱਖਸ ਫਾਰ ਜਸਟਿਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸਕਦਾ ਹੈ। ਹਾਂਜੀ। ਤੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕੇਸ ਸੋਨੀਆ ਗਾਂਧੀ ਦੇ ਖਿਲਾਫ ਪਾਇਆ ਜੀ, ਉਹ ਅਮਰੀਕਾ 'ਚ ਵਸਦੇ ਆ, ਇੱਥੋਂ ਦੇ ਸਿਟੀਜ਼ਨ ਹੈ ਤੇ ਆਜ਼ਾਦ ਹੈ, ਉਹਨਾਂ ਨੂੰ ਸੋਨੀਆ ਗਾਂਧੀ ਦੀ ਗੁਲਾਮੀ ਕਰਨ ਦੀ ਜ਼ਰੂਰਤ ਨਹੀਂ ਹੈ ਜੀ। ਬਿਲਕੁਲ। ਲੇਕਿਨ ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਇੱਕ ਕੌਮ ਨੂੰ ਗੁਲਾਮੀ ਦੀ ਆਦਤ ਪੈ ਚੁੱਕੀ ਹੋਵੇ, ਜਿਹੜੇ ਇੰਡੀਆ 'ਚੋਂ ਆਏ ਆ, ਉਹ ਚਾਹੇ ਅਮਰੀਕਾ 'ਚ ਵਸ ਜਾਣ ਆ ਕੇ ਜਾਂ ਕੈਨੇਡਾ 'ਚ ਵਸ ਜਾਣ, ਉਹਨਾਂ ਨੇ ਆਪਣੀ ਸਰਦਾਰ ਜਿਹੜੇ ਜਿਹਨੂੰ ਉਹਨਾਂ ਨੇ ਮੰਨਿਆ, ਆਪਾਂ ਸਿੱਖ ਦੀ ਗੱਲ ਨਹੀਂ ਕਰਦੇ, ਇਸ ਦੀ ਉਹਨਾਂ ਨੇ ਈਨ ਮੰਨੀ ਹੈ ਸੋਨੀਆ ਗਾਂਧੀ ਦੀ, ਉਹਨਾਂ ਨੇ ਗੁਲਾਮੀ ਕਰਨੀ ਹੀ ਕਰਨੀ ਹੈ ਜੀ। ਸੋ ਇੱਕ ਸੰਮਨ ਜਿਹੜੇ ਆ ਉਹ ਉਹਨਾਂ ਨੂੰ ਦਿੱਤੇ ਜਾਣਗੇ ਤਾਂ ਕਿ ਉਹ ਆਪਣੀ ਜਿਹੜੀ ਸੋਨੀਆ ਗਾਂਧੀ ਹੈ ਉਹਦੇ ਹੱਥ ਦੇ ਵਿੱਚ ਫੜਾਉਣ। ਹਾਂਜੀ। ਜਿਹੜਾ ਅੰਤਰਰਾਸ਼ਟਰੀ ਕਾਨੂੰਨ ਹੈ, ਯੂਨਾਈਟਿਡ ਨੇਸ਼ਨਸ ਦੀ ਹੇਗ ਦੀ ਜਿਹੜੀ ਕਨਵੈਨਸ਼ਨ ਹੈ, ਇੱਕ ਪ੍ਰੋਸੈਸ ਜਿਹੜੇ ਸਰਵਰ ਹੈਗੇ ਆ ਉਹਨਾਂ ਨੂੰ ਹਾਇਰ ਕਰਕੇ ਦਿੱਲੀ ਸੈਂਟਰਲ ਅਥਾਰਟੀ ਨੂੰ ਦਿੱਤੇ ਜਾਣਗੇ ਤਾਂ ਕਿ ਉਹ ਸੋਨੀਆ ਗਾਂਧੀ ਦੇ ਹੱਥ ਦੇ ਵਿੱਚ ਫੜਾਉਣ।
ਸੋ ਅਸੀਂ ਕੋਸ਼ਿਸ਼ ਕਰਾਂਗੇ ਕਾਨੂੰਨੀ ਤੌਰ ਦੇ ਉੱਤੇ ਕਿ ਸਰਵਿਸ ਜਿਹੜੇ ਸਮਨਸ ਦੀ ਸੋਨੀਆ ਗਾਂਧੀ ਨੂੰ ਜਿਹੜੀ ਹੈ ਜ਼ਰੂਰ ਹੋਵੇ। ਹਾਂਜੀ। ਜੇ ਕਿਸੇ ਕਾਰਨ ਸਰਵਿਸ ਨਹੀਂ ਹੋ ਸਕਦੀ ਤੇ ਅਸੀਂ US ਡਿਪਾਰਟਮੈਂਟ ਆਫ ਸਟੇਟ ਦੇ ਕੋਲ ਸੋਨੀਆ ਗਾਂਧੀ ਦਾ ਕੇਸ ਲਗਾਵਾਂਗੇ। ਹਾਂਜੀ। 120 ਦਿਨ ਵੇਟ ਕਰਕੇ ਕਿ ਜਦੋਂ ਤੁਸੀਂ ਦੂਸਰੇ ਦੇਸ਼ਾਂ ਦੇ ਵਿੱਚ ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੁੰਦੀ ਹੈ ਜੀ, ਤੁਸੀਂ ਆਪਣੀਆਂ ਫੌਜਾਂ, ਸਿਟੀਜ਼ਨ ਤੇ ਹਥਿਆਰ ਤੇ ਡਾਲਰ ਉੱਥੇ ਭੇਜਦੇ ਹੋ। ਹਾਂਜੀ। ਤੇ ਜਦੋਂ ਸਿੱਖਾਂ ਦੀ ਕਤਲੋਗਾਰਤ, ਸਿੱਖਾਂ ਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਇੰਡੀਆ ਦੇ ਵਿੱਚ ਹੋਈ ਹੈ, ਹਾਂਜੀ, ਔਰ ਉਹਨਾਂ ਦੀ ਪ੍ਰਧਾਨ ਨੂੰ ਤੁਸੀਂ ਇੱਥੇ ਸਟੇਟ ਦੀ ਸਿਕਿਉਰਿਟੀ ਦਿੰਦੇ ਹੋ, ਇਹ ਕਿਹੜੇ ਕਾਨੂੰਨ ਥੱਲੇ ਹੋ ਰਿਹਾ? ਅਸੀਂ ਇਸ ਦਾ ਵੀਜ਼ਾ ਵੀ ਕੈਂਸਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ, ਪਰ ਫਿਰ ਵੀ ਕੋਸ਼ਿਸ਼ ਸਾਡੀ ਜਿਹੜੀ ਹੈ ਉਹ ਸਰਵਿਸ ਆਫ ਸਮਨ ਦੀ ਜਾਰੀ ਰਹੇਗੀ। ਜੀ ਜੀ। ਤੇ ਵੀਰ ਜੀ, ਅਸੀਂ ਇਸ ਕੇਸ ਦੇ ਇਲਾਵਾ ਬਾਕੀ ਕੇਸਾਂ ਤੋਂ ਵੀ ਤੁਹਾਡੀ ਜਾਣਕਾਰੀ ਲੈਣਾ ਚਾਹੁੰਦੇ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਕਿ ਸਾਨੂੰ ਸਮੇਂ-ਸਮੇਂ ਸਿੱਖ ਸੰਗਤਾਂ ਤੇ ਆਪਣੇ ਦਰਸ਼ਕਾਂ ਦੇ ਰੂਬਰੂ ਕਰਵਾਉਣੇ ਰਹਿੰਦੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਿੱਖਸ ਫॉर ਜਸਟਿਸ ਜਾਂ ਗੁਰਪਤਵੰਤ ਸਿੰਘ ਪੰਨੂ ਸਿੱਖ ਕੌਮ ਲਈ ਕੀ ਕਰ ਰਿਹਾ। ਕਈ ਵਾਰ ਤਾਂ ਸਵਾਲਾਂ ਦਾ ਦੁਹਰਾਅ ਵੀ ਹੁੰਦਾ, ਇਸ ਲਈ ਅਸੀਂ ਸਾਡੇ ਹੋਰ ਵੀ ਕਾਫੀ ਸੰਗਤਾਂ ਜੁੜ ਚੁੱਕੀਆਂ ਨੇ। ਅਸੀਂ ਜਾਣਨਾ ਚਾਹੁੰਦੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਉੱਪਰ ਤੁਸੀਂ ਸਮਨ ਜਾਰੀ ਕਰਵਾਏ ਨੇ ਤੇ ਜਿਹੜੇ ਇੰਡੀਆ ਦਾ ਚੀਫ ਮਿਨਿਸਟਰ ਕਮਲ ਨਾਥ ਦੇ ਉੱਪਰ ਸਮਨ ਜਾਰੀ ਕਰਵਾਏ ਨੇ, ਇਸ ਬਾਰੇ ਵੀ ਸਾਡੀ ਸਿੱਖ ਸੰਗਤਾਂ ਨੂੰ ਜਿਹੜਾ ਥੋੜੀ ਜਾਣਕਾਰੀ ਦਿਓ। ਜਿਹੜੇ ਪ੍ਰਕਾਸ਼ ਬਾਦਲ ਦੇ ਸਮਨਸ ਜਾਰੀ ਕਰਵਾਏ ਸੀ, ਹਾਂਜੀ, ਉਹ 2 ਕੇਸਿਸ ਉਹਨਾਂ ਵਿੱਚ ਬਣ ਚੁੱਕੇ ਆ। ਹਾਂਜੀ। ਇੱਕ ਕੇਸ ਸੀ ਜਿਸ ਦੇ ਵਿੱਚ ਉਸ ਨੂੰ ਸਮਨ ਫੜਾ ਦਿੱਤੇ ਗਏ ਸੀ ਜੀ, ਲੇਕਿਨ ਜਿਵੇਂ ਕਿ ਸਮੇਂ ਦੇ ਵਿੱਚ ਆਪਣੇ ਸਿੱਖੀ ਸਰੂਪ ਦੇ ਵਿੱਚ ਵੀ ਆਪਣੇ ਦੁਸ਼ਮਣ ਜਿਹੜੇ ਹੈ ਕੌਮ ਦੇ ਬੈਠੇ ਹੋਏ ਆ। ਹਾਂਜੀ। ਔਰ ਉਹਨਾਂ ਚੋਂ ਇੱਕ ਦੁਸ਼ਮਣ ਜਿਹੜਾ ਹੈ ਉਹ ਪ੍ਰਕਾਸ਼ ਬਾਦਲ ਦੀ ਢਾਲ ਬਣਿਆ, ਸੁਰਿੰਦਰਪਾਲ ਸਿੰਘ ਕਾਲਰਾ। ਹਾਂਜੀ। ਔਰ ਉਸਨੇ ਗਵਾਹੀ ਦਿੱਤੀ ਕੋਰਟ ਦੇ ਵਿੱਚ ਆ ਕੇ ਕਿ ਸਮਨ ਜਿਹੜੇ ਹੈ ਉਹ ਚੀਫ ਮਿਨਿਸਟਰ ਬਾਦਲ ਨੂੰ ਨਹੀਂ, ਮੈਨੂੰ ਮਿਲੇ ਹਨ। ਸੋ ਕੋਰਟ ਦੇ ਵਿੱਚ 21 ਫਰਵਰੀ ਨੂੰ ਬਹੁਤ 4 ਤੋਂ 5 ਘੰਟੇ ਜਿਹੜੀ ਐਵੀਡੈਂਸ਼ਰੀ ਹੀਅਰਿੰਗ ਹੋਈ। ਹਾਂਜੀ। ਲੇਕਿਨ ਜੱਜ ਜਿਹੜਾ ਹੈ ਉਹ ਪਹਿਲੋਂ ਹੀ ਮਨ ਬਣਾ ਕੇ ਪਹੁੰਚ ਚੁੱਕਾ ਸੀ। US ਡਿਪਾਰਟਮੈਂਟ ਆਫ ਸਟੇਟ ਅੰਦਰ ਬੈਠਾ ਸੀ, US ਅਟਰਨੀਜ਼ ਮਦਦ ਕਰ ਰਹੇ ਸੀ, ਡਿਪਲੋਮੈਟਿਕ ਸਿਕਿਉਰਿਟੀ ਏਜੰਟਸ ਉਹਦੇ ਵੱਲ ਸੀ, ਔਰ ਪੂਰੀ ਦੇਸ਼ ਇੰਡੀਆ ਦੀ ਸਰਕਾਰ ਜਿਹੜੀ ਹੈ ਔਰ ਉਹਨਾਂ ਦੇ ਪੁਲਿਸ ਵਾਲੇ ਤੇ ਇੰਟੈਲੀਜੈਂਸ ਦੇ ਬੰਦੇ ਸਾਰੇ ਆਏ ਹੋਏ ਸੀ ਜੀ ਬਾਦਲ ਨੂੰ ਬਚਾਉਣ ਵਾਸਤੇ। ਔਰ ਉਹਨਾਂ ਨੇ ਬਿਲਕੁਲ ਬਾਦਲ ਸਾਡੇ ਸਾਹਮਣੇ ਉਹਨਾਂ ਨੇ ਉਹਨੂੰ ਬਚਾ ਲਿਆ। ਪਰ ਅਸੀਂ ਫਿਰ ਵੀ ਇਸ 'ਚ ਕਾਮਯਾਬ ਇਸ 'ਚ ਹੋਏ ਕਿ ਅਸੀਂ ਜੱਜ ਕੋਲੋਂ ਸਮਾਂ ਲੈ ਕੇ ਡੈਪੋਜੀਸ਼ਨਸ ਕੀਤੀਆਂ, ਕਾਲਰੇ ਦੀਆਂ ਕੀਤੀਆਂ, ਧਾਲੀਵਾਲ ਦੀਆਂ ਕੀਤੀਆਂ। ਹਾਂਜੀ। ਔਰ ਉਸ ਡੈਪੋਜੀਸ਼ਨ ਦੇ ਆਧਾਰ ਤੇ ਜਿਹੜੀ ਅਪੀਲ ਹੈ ਉਹ ਫੈਡਰਲ ਕੋਰਟ ਦੇ ਵਿੱਚ ਅੱਜ ਵੀ ਚੱਲ ਰਹੀ ਹੀ ਹੈ। ਜੀ। ਏਦਾਂ ਹੀ ਪ੍ਰਕਾਸ਼ ਬਾਦਲ ਨੇ ਦੁਬਾਰਾ ਆਉਣ ਦੀ ਕੋਸ਼ਿਸ਼ ਕੀਤੀ ਜੁਲਾਈ ਦੇ ਵਿੱਚ। ਜਿਵੇਂ ਮੈਂ ਆਪ ਜੀ ਨੂੰ ਪਹਿਲਾਂ ਦੱਸਿਆ ਸੀ ਕਿ ਕੇਸ ਜਿਹੜੇ ਹੈ ਉਹ ਫੈਕਟਸ ਦੇ ਆਧਾਰ ਦੇ ਉੱਤੇ ਇਹ ਕਦੀ ਵੀ ਨਹੀਂ ਜਿੱਤ ਸਕਣਗੇ। ਹਾਂਜੀ। ਸਮਨਾਂ ਦੀ ਹੇਰਾਫੇਰੀ ਤੇ ਡਿਫੈਂਸ ਲੈ ਕੇ ਜ਼ਰੂਰ ਇਹ ਸਾਹਮਣੇ ਆ ਜਾਂਦੇ ਆ। ਹਾਂਜੀ। ਅਸੀਂ ਫੇਰ ਉਸੇ ਕੋਰਟ ਦੇ ਵਿੱਚ ਪਹੁੰਚੇ ਔਰ ਸਮਨ ਜਿਹੜੇ ਹੈ ਬਾਦਲ ਦੇ ਦੁਬਾਰਾ ਸਾਡੇ ਕੋਲ ਹੱਥ ਦੇ ਵਿੱਚ ਹਨ। ਔਰ ਅਸੀਂ ਕੋਸ਼ਿਸ਼ ਕਰਦੇ ਪਏ ਹਾਂ ਕਿ ਉਹ ਸੈਂਟਰਲ ਅਥਾਰਟੀ ਇੰਡੀਆ ਨੂੰ ਪਹੁੰਚਾਏ ਜਾ ਸਕਣ ਤਾਂ ਕਿ ਇਸ ਨੂੰ ਦੁਬਾਰਾ ਜਿਹੜਾ ਹੈ ਕੋਰਟ ਦੇ ਵਿੱਚ ਇਸ ਦੀ ਜਵਾਬ ਤਲਬੀ ਲਈ ਜਾ ਸਕੇ। ਜੀ। ਤੇ ਵੀਰ ਜੀ, ਇਹ ਵੀ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਸੁਖਬੀਰ ਬਾਦਲ ਨੂੰ ਕਾਨੂੰਨ ਦਾ ਡਰ ਦੇ ਕੇ ਉਸ ਦਾ ਕੈਨੇਡਾ ਦੌਰਾ ਰੱਦ ਕਰਵਾਇਆ, ਇਸ ਬਾਰੇ ਵੀ ਸਾਡੀ ਸੰਗਤਾਂ ਨੂੰ ਦੱਸੋ। ਉਹਦੇ 'ਚ ਜਿਹੜਾ ਸੁਖਬੀਰ ਬਾਦਲ ਦਾ ਕੇਸ ਹੈ ਉਹ ਹੈ ਕੈਨੇਡਾ ਦੇ ਵਿੱਚ। ਔਰ ਕੈਨੇਡਾ ਜਿਹੜਾ ਹੈ ਉਹ ਪਾਰਲੀਮੈਂਟੇਰੀਅਨ ਸਿਸਟਮ ਹੈ। ਜੇ ਉੱਥੇ ਕੋਈ ਸੁਖਬੀਰ ਬਾਦਲ ਦੀ ਵਰਗਾ ਸਿੱਖਾਂ ਦੀ ਕਾਤਲਾਂ ਦੀ ਪੁਸ਼ਤ ਪਨਾਹੀ ਕਰਨ ਵਾਲਾ ਤੇ ਉਸ ਫੋਰਸ ਨੂੰ ਲੀਡ ਕਰਨ ਵਾਲਾ ਸ਼ਖਸ ਆਊਗਾ ਤੇ ਉਹਦੇ ਤੇ ਕ੍ਰਿਮੀਨਲ ਕੇਸ ਬਣਦਾ ਹੈ ਔਰ ਉਸਦੇ ਅਰੈਸਟ ਵਾਰੰਟ ਜਾਰੀ ਹੋਣਗੇ। ਅਸੀਂ ਜਿਹੜੀ ਹੈ ਗੁਰੂ ਮਹਾਰਾਜ ਦੇ ਹਜ਼ੂਰੀ 'ਚ ਦੱਸਦੇ ਹਾਂ, ਅਸੀਂ ਕਿਸੇ ਨੂੰ ਕੋਈ ਧਮਕੀ ਨਹੀਂ ਦਿੱਤੀ, ਸਿਰ ਨੀਵਾਂ ਗੱਲ ਕਰਕੇ ਗੱਲ ਕਰਦੇ ਹਾਂ ਕਿ ਅਸੀਂ ਕੇਸ ਤਿਆਰ ਕੀਤਾ ਹੋਇਆ। ਵਕੀਲ ਔਰ ਜਿਹੜੇ ਪਲੈਂਟਿਵਸ ਹੈ 12 ਫੈਮਲੀਜ਼ ਭੈਣ ਜੀ ਉੱਥੇ ਉਹ ਹੈਗੀਆਂ ਜਿਨ੍ਹਾਂ ਦੇ ਬੱਚੇ ਹਰਜਿੰਦਰ ਸਿੰਘ, ਆਪਣਾ ਇੱਕ ਸ਼ਹੀਦ ਹਰਜਿੰਦਰ ਸਿੰਘ ਪਾੜਾ ਹੋਇਆ, 17 ਸਾਲ ਉਸਦੀ ਉਮਰ ਸੀ ਜਦੋਂ ਉਹ ਕੈਨੇਡਾ ਤੋਂ ਪੰਜਾਬ ਦੇ ਵਿੱਚ 90s 'ਚ ਗਿਆ ਸੀ। ਲੇਕਿਨ ਉਸਦੇ ਬੁੱਢੇ ਮਾਂ ਪਿਓ ਅੱਜ ਵੀ ਇਸ ਉਮੀਦ 'ਚ ਬੈਠੇ ਆ ਵੀ ਹਰਜਿੰਦਰ ਉਹਨਾਂ ਦਾ ਜਿਹੜਾ ਵਾਪਸ ਆ ਰਿਹਾ ਹੈ। ਲੇਕਿਨ ਉਸ ਫੋਰਸ ਨੇ ਜਿਹਦਾ ਮੁਖੀ ਇਸ ਵਕਤ ਸੁਖਬੀਰ ਬਾਦਲ ਹੈ ਤੇ DGP ਸੈਣੀ ਹੈ, ਉਸ ਫੋਰਸ ਨੇ ਉਸ ਨੂੰ ਫੜ ਕੇ ਅੰਨਾ ਤਸ਼ੱਦਦ ਕੀਤਾ ਤੇ ਉਸਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ। ਉਸਦੀ ਜਿਹੜੀ ਹੈ ਬਾਡੀ ਵੀ ਨਹੀਂ ਦਿੱਤੀ, ਉਸਦੀ ਅਜੇ ਤੱਕ ਕੋਈ ਉਗ ਸੁਗ ਨਹੀਂ ਲੱਗੀ।
ਇਹੋ ਜਿਹੇ 12 ਪਰਿਵਾਰਾਂ ਦੇ ਕੇਸ ਜਿਹੜੇ ਹੈ ਉਹ ਅਸੀਂ ਬਣਾਏ ਹੋਏ ਹੈ। ਸੁਖਬੀਰ ਬਾਦਲ ਜੇ ਹੁਣ ਕੋਸ਼ਿਸ਼ ਕਰੇਗਾ ਜਾਂ ਫਿਊਚਰ 'ਚ ਕੋਸ਼ਿਸ਼ ਕਰੇਗਾ ਤੇ ਅਸੀਂ ਇੱਕ ਬਣਦੀ ਕਾਨੂੰਨੀ ਕਾਰਵਾਈ ਕ੍ਰਿਮੀਨਲ ਕੇਸ ਔਰ ਅਰੈਸਟ ਵਾਰੰਟ ਜਾਰੀ ਕਰਾਉਣ ਦੇ ਕਾਬਲ ਹੈਗੇ ਆ ਔਰ ਇਹ ਸਮੇਂ ਦੇ ਨਾਲ ਸਾਰਾ ਕੁਝ ਸਾਹਮਣੇ ਜ਼ਰੂਰ ਆਏਗਾ। ਹਾਂਜੀ ਬਿਲਕੁਲ ਵੀਰ ਜੀ। ਔਰ ਜਦੋਂ ਕੈਨੇਡਾ ਦੀ ਸਰਕਾਰ ਨੇ ਉਹਨੂੰ ਹੁਣ ਸਿਕਿਉਰਿਟੀ ਕਿਹਾ ਸੀ, ਇਹ ਕਹਿੰਦੇ ਜੀ ਅਸੀਂ ਸਾਨੂੰ ਸਿਕਿਉਰਿਟੀ ਨਹੀਂ ਦਿੱਤੀ। ਕੈਨੇਡਾ ਦੀ ਸਰਕਾਰ ਕਹਿੰਦੀ ਜੀ ਇਹਨਾਂ ਨੇ ਮੰਗੀ ਨਹੀਂ। ਪਰ ਇਹ ਡਰ ਜਿਹੜਾ ਹੈ ਇਹ ਅਰੈਸਟ ਵਾਰੰਟਸ ਦਾ ਡਰ ਸੀ, ਸਾਡੀ ਕੋਈ ਧਮਕੀ ਨਹੀਂ ਸੀ। ਉਹਨਾਂ ਨੇ ਆਪਣੇ ਵਕੀਲਾਂ ਨੂੰ ਬਕਾਇਦਾ ਪੁੱਛਿਆ ਜਦੋਂ ਅਸੀਂ ਕੇਸ ਪਬਲਿਕ ਹੋਇਆ ਤੇ ਉਹਨਾਂ ਨੇ ਦੱਸਿਆ ਵੀ ਇਹ ਮੁਸ਼ਕਲਾਂ ਪੈਣਗੀਆਂ। ਡਿਪਟੀ ਚੀਫ ਮਿਨਿਸਟਰ ਕਹਿੰਦਾ ਤੇ ਕੌਮ ਦਾ ਜਿਹੜਾ ਆਪਣੇ ਆਪ ਨੂੰ ਜਰਨੈਲ ਕਹਿੰਦਾ ਜੀ ਮੈਂ ਅੱਗੇ ਹੋ ਕੇ ਕੰਮ ਕਰਦਾ। ਜਦੋਂ ਉਸਨੂੰ ਇਹ ਪਤਾ ਲੱਗਾ ਵੀ ਕੈਨੇਡਾ ਦੀ ਧਰਤੀ ਤੇ ਉੱਥੇ ਉਹਦਾ ਸਵਾਗਤ ਹੋਣ ਦੀ ਬਜਾਏ ਉਹਨੂੰ ਹੱਥਕੜੀਆਂ ਲੱਗਣਗੀਆਂ ਤੇ ਉਹ ਚੁੱਪ ਕਰਕੇ ਪੰਜਾਬ ਦੇ ਵਿੱਚ ਬੈਠ ਗਿਆ। ਜੀ ਬਿਲਕੁਲ। ਤੇ ਵੀਰ ਜੀ ਪਿਛਲੇ ਦਿਨ ਤੁਸੀਂ ਕੈਨੇਡਾ ਦੇ ਵਿੱਚ ਸਿੱਖ ਕਮਿਊਨਿਟੀ ਤੇ ਕਾਨਫਰੰਸ ਕੀਤੀ ਸੀਗੀ, ਇਸ ਬਾਰੇ ਕਿਹਦਾ ਰਿਸਪਾਂਸ ਰਿਹਾ ਇਹ ਵੀ ਦੱਸੋ। ਉਹਦੇ 'ਚ ਜੀ ਅਸੀਂ 17 ਅਗਸਤ ਨੂੰ ਜਦੋਂ ਪੂਰੇ ਦੇਸ਼ ਭਰ ਦੇ ਵਿੱਚੋਂ ਦੀ ਹਜੇ ਵੀ ਉਸ ਗੁਲਾਮੀ ਦਾ ਅਹਿਸਾਸ ਕਰਦੇ ਇੰਡੀਅਨਸ ਉੱਥੇ 15 ਅਗਸਤ ਮਨਾ ਰਹੇ ਸੀ। ਕੈਨੇਡਾ ਦੇ ਸਿਟੀਜ਼ਨ ਹੋਣ ਦੇ ਬਾਵਜੂਦ ਵੀ 15 ਅਗਸਤ ਮਨਾਇਆ ਜਾਂਦਾ ਉਹਨਾਂ ਵੱਲੋਂ। ਹਾਂਜੀ। ਤੇ ਉਦੋਂ ਸਿੱਖ ਕੌਮ ਤੇ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਅਸੀਂ ਸਿੱਖ ਨਸਲਕੁਸ਼ੀ ਤੇ ਸਿੱਖ ਪ੍ਰਭੂ ਸੱਤਾ ਕਾਨਫਰੰਸ ਜਿਹੜੀ ਹੈ ਉਹ ਕੀਤੀ। ਜੀ ਇੰਡੀਆ ਸਰਕਾਰ ਦੇ ਰੇਡੀਓ ਪ੍ਰੋਗਰਾਮਸ ਔਰ ਟੀਵੀ ਦੇ ਉੱਤੇ ਬਿਲਕੁਲ ਸ਼ਰੇਆਮ ਧਮਕੀਆਂ ਦੇਣ ਦੇ ਬਾਵਜੂਦ, ਕਿਉਂਕਿ ਬਹੁਤ ਵੱਡਾ ਡਰ ਹੈ ਸਰਕਾਰ ਵੱਲੋਂ ਕਿ ਜੀ ਤੁਹਾਡੇ ਵੀਜ਼ੇ ਬੰਦ ਕਰ ਦਿੱਤੇ ਜਾਣੇ ਹੈ, ਤੁਹਾਨੂੰ ਕਾਲੀਆਂ ਸੂਚੀਆਂ 'ਚ ਪਾ ਦਿੱਤਾ ਜਾਏਗਾ। ਸੈਂਕੜਿਆਂ ਦੀ ਤਾਦਾਦ ਦੇ ਵਿੱਚ ਸਿੱਖ ਕੌਮ ਦੇ ਭੈਣ ਭਰਾਵਾਂ ਨੇ ਆ ਕੇ ਕਾਨਫਰੰਸ ਹਿੱਸਾ ਲਿਆ ਔਰ ਇਸ ਚੀਜ਼ ਦਾ ਸਹਿਯੋਗ ਦਿੱਤਾ ਔਰ ਇਸ ਚੀਜ਼ ਦੇ ਉੱਤੇ ਉਹਨਾਂ ਨੇ ਮੋਹਰ ਲਗਾਈ ਜੋ ਕਿ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਇੰਡੀਆ ਦੇ ਵਿੱਚ ਜਾ ਕੇ ਇਹਨਾਂ ਦੇ ਘਰ ਦੇ ਵਿੱਚ ਜਾ ਕੇ ਇਹਨਾਂ ਨੂੰ ਕਹਿ ਕੇ ਆਇਆ ਸੀ ਕਿ ਕੈਨੇਡਾ 'ਚ ਵਸਦੇ ਸਿੱਖਾਂ ਦਾ ਰਾਜਨੀਤਿਕ ਹੱਕ ਹੈ ਇੱਕ ਅਲੱਗ ਦੇਸ਼ ਦੀ ਗੱਲ ਕਰਨਾ, ਆਪਣੀ ਮੰਗ ਕਰਨਾ ਕਾਨੂੰਨ ਦੇ ਦਾਇਰੇ 'ਚ। ਉਹ ਉਹਨਾਂ ਨੂੰ ਚੁੱਪ ਜਾਂ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਨੂੰ ਕਦੀ ਨਹੀਂ ਰੋਕਣਗੇ। ਉਹ ਉਸਦਾ ਸਾਥ ਦੇਣ ਜਾਂ ਨਾ ਦੇਣ। ਸੋ ਕੌਮ ਨੇ ਆਪਣੇ ਪ੍ਰਾਈਮ ਮਿਨਿਸਟਰ ਦੀ ਗੱਲ ਸੁਣੀ ਔਰ ਆਪਣੇ ਰਾਜਨੀਤਿਕ ਵਿਚਾਰ ਕਿ ਅਸੀਂ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਕ ਆਪਣੀ ਖੁਦਮੁਖਤਿਆਰੀ ਪ੍ਰਭੂ ਸੱਤਾ ਵੱਲ ਕਦਮ ਜਿਹੜੇ ਆ ਵਧਾਵਾਂਗੇ ਔਰ ਸਿੱਖ ਕੌਮ ਨੂੰ ਜੋ ਕਿ ਇਸ ਵਕਤ ਉਸ ਇੰਡੀਆ ਦੀ ਸਰਕਾਰ ਨੇ ਗੁਲਾਮ ਕਰਕੇ ਇੱਕ ਛੋਟੇ ਜਿਹੇ ਪੰਜਾਬ 'ਚ ਰੱਖੀ ਹੈ ਉਸਨੂੰ ਆਜ਼ਾਦ ਕਰਵਾਵਾਂਗੇ। ਜੀ ਬਿਲਕੁਲ। ਤੇ ਵੀ ਜੀ ਇੱਕ ਹੋਰ ਕੇਸ ਸਾਹਮਣੇ ਆਇਆ ਜਿਸ ਵਿੱਚ ਤੁਸੀਂ ਯੂਨਾਈਟਿਡ ਨੇਸ਼ਨ ਨੂੰ ਨਵੰਬਰ 1984 ਸੰਬੰਧੀ ਇੱਕ ਪਟੀਸ਼ਨ ਦੇ ਰਹੇ ਹੋ, ਇਸ ਬਾਰੇ ਦੱਸੋ ਕਿ ਇਹ ਪਟੀਸ਼ਨ ਕੀ ਹੈ ਤੇ ਇਸ ਦਾ ਕੀ ਮਕਸਦ ਹੈ। ਜੀ ਨਵੰਬਰ 2013 ਨੂੰ ਇੱਕ ਕ੍ਰਿਮੀਨਲ ਕੰਪਲੇਂਟ ਜਿਹੜੀ ਹੈ ਉਹ ਇੰਡੀਆ ਦੇ ਖਿਲਾਫ ਔਰ ਕਾਂਗਰਸ ਪਾਰਟੀ ਦੇ ਖਿਲਾਫ ਯੂਨਾਈਟਿਡ ਨੇਸ਼ਨਸ ਦੇ ਵਿੱਚ ਦਰਜ ਕੀਤੀ ਜਾ ਰਹੀ ਹੈ ਜਨੇਵਾ ਦੇ ਵਿੱਚ। ਹਾਂਜੀ। ਔਰ ਉਹ ਪ੍ਰੋਸੀਜਰ ਬਕਾਇਦਾ ਯੂਨਾਈਟਿਡ ਨੇਸ਼ਨਸ ਨੇ ਬਣਾਇਆ ਹੈ ਕਿ ਜੇ ਕਿਸੇ ਵੀ ਰਿਲੀਜੀਅਸ ਮਿਨੋਰਿਟੀ ਦੀ ਜਾਂ ਕਿਸੇ ਧਰਮ ਦੀ ਜਾਂ ਕਿਸੇ ਇੱਕ ਬੋਲੀ ਬੋਲਣ ਵਾਲੇ ਦੀ ਜਾਂ ਇੰਡੀਜਨਸ ਪੀਪਲ ਜਿਹੜੇ ਕਿਸੇ ਇੱਕ ਜਗ੍ਹਾ ਤੇ ਰਹਿੰਦੇ ਆ, ਹਾਂਜੀ, ਜੇ ਉਹਨਾਂ ਦੀ ਇੱਕ ਕੰਸਿਸਟੈਂਟ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ, ਹਾਂਜੀ, ਔਰ ਉਹ ਸਾਡੇ ਕੋਲ ਆ ਕੇ ਕੰਪਲੇਂਟ ਦਰਜ ਕਰ ਸਕਦੇ ਆ। ਜੀ। ਔਰ ਪ੍ਰੋਸੀਜਰ ਹੈ ਕਿ ਜਦੋਂ ਕੰਪਲੇਂਟ ਦਰਜ ਹੋਏਗੀ ਤੇ ਇੰਡੀਆ ਦੀ ਸਰਕਾਰ ਨੂੰ ਜਿਹੜੀ ਸਬ ਕਮੇਟੀ ਬੈਠਣੀ ਹੈ ਹਿਊਮਨ ਰਾਈਟਸ ਦੀ ਅਗਲੇ 2014 ਦੇ ਵਿੱਚ, ਉਹਦੇ 'ਚ ਉਹਨਾਂ ਨੂੰ ਤਲਬ ਕੀਤਾ ਜਾਏਗਾ ਕਿ ਉਹਨਾਂ ਤੋਂ ਇਹ ਮੰਗ ਕੀਤੀ ਜਾਏਗੀ ਯੂਨਾਈਟਿਡ ਨੇਸ਼ਨਸ ਵੱਲੋਂ ਕਿ ਸਾਡੇ ਕੋਲ ਇੱਕ ਕੰਪਲੇਂਟ ਆਈ ਹੈ ਕ੍ਰਿਮੀਨਲ ਕਿ ਨਵੰਬਰ 1984 'ਚ 30,000 ਤੋਂ ਵੱਧ ਸਿੱਖ ਜਿਹੜੇ ਆ ਮਾਰ ਦਿੱਤੇ ਗਏ। ਤੁਸੀਂ ਅਜੇ ਤੱਕ ਇਸ ਦੀ ਕੰਪਲੀਟ ਕੋਈ ਇਨਵੈਸਟੀਗੇਸ਼ਨ ਜਾਂ ਕਿਸੇ ਤੇ ਤੁਸੀਂ ਚਾਰਜ ਨਹੀਂ ਲਗਾ ਸਕੇ ਕਿ 3 ਦਿਨਾਂ 'ਚ 30,000 ਤੋਂ ਵੱਧ ਸਿੱਖ ਮਾਰ ਦਿੱਤੇ ਜਾਣ ਤੇ ਤੁਸੀਂ ਆਪਣਾ ਕਾਨੂੰਨ ਡੈਮੋਕ੍ਰੈਟਿਕ ਨੇਸ਼ਨ ਦੱਸਦੇ ਹੋ ਤੇ ਜੁਡੀਸ਼ੀਅਲ ਸਿਸਟਮ ਦੱਸਦੇ ਹੋਏ ਤੁਸੀਂ ਕਿਸੇ ਨੂੰ ਚਾਰਜ ਨਾ ਕਰ ਸਕੇ। ਹਾਂਜੀ। ਸੋ ਉਹਦੇ ਵਾਸਤੇ ਅਸੀਂ ਇੱਕ ਜਿਹੜੀ ਅੰਤਰਰਾਸ਼ਟਰੀ ਮੁਹਿੰਮ ਤੁਹਾਡੇ ਤੋਂ ਵੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਔਰ ਡਾਕਟਰ ਅਮਰਜੀਤ ਸਿੰਘ ਹੋਰਾਂ ਨੇ ਅਸੀਂ ਉਹਨਾਂ ਦੀ ਸ਼ਲਾਘਾ ਕਰਦੇ ਹਾਂ ਕਿ ਸਮੇਂ ਜਿੱਥੇ ਵੀ ਉਹਨਾਂ ਦਾ ਸਮਾਂ ਲੱਗਦਾ ਹੈ ਔਰ ਬੋਲਣ ਦਾ ਮੌਕਾ ਉਹਨਾਂ ਨੂੰ ਮਿਲਦਾ ਹੈ ਔਰ ਕੌਮ ਉਹਨਾਂ ਦੀ ਗੱਲ ਸੁਣਦੀ ਹੈ ਕਿ ਉਹਨਾਂ ਨੇ ਲਗਾਤਾਰ ਇਸ ਵਿਸ਼ੇ ਨੂੰ ਇਸ ਇਸ਼ੂ ਦੇ ਉੱਤੇ ਗੱਲ ਆਲਰੇਡੀ ਕੀਤੀ ਹੈ। ਅਸੀਂ ਗੁਜ਼ਾਰਿਸ਼ ਕਰਦੇ ਹਾਂ ਤੁਹਾਨੂੰ ਵੀ
ਕਿ ਅਸੀਂ ਇੱਕ ਵੈਬਸਾਈਟ ਬਣਾਈ ਹੈ 1984 itsgenocide.org ਜੀ। ਉਹਦੇ ਤੇ ਇੱਕ ਸਿੰਪਲ ਫਾਰਮ ਹੈ, ਸਿੰਪਲ ਪਟੀਸ਼ਨ ਹੈ, ਜਿਹਦੇ 'ਚ ਤੁਸੀਂ ਆਪਣਾ ਨਾਮ ਤੇ ਈਮੇਲ ਭਰਨੀ ਹੈ। ਹਾਂਜੀ। ਅਸੀਂ 1 ਮਿਲੀਅਨ ਸਿਗਨੇਚਰ ਜਿਹੜੇ ਹੈ ਉਹ ਕਰਵਾਉਣੇ ਆ ਜੀ। ਜਿਹੜੇ ਕਾਗਜ਼ੀ ਦਸਖਤ ਹੈ ਉਹ ਤਕਰੀਬਨ ਸਾਡੇ ਕੋਲ 5 ਲੱਖ ਤੋਂ ਵੱਧ ਤਾਦਾਦ 'ਚ ਹੋ ਚੁੱਕੇ ਆ ਜੀ। ਕਿਉਂਕਿ ਪੰਜਾਬ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਕਰਨੈਲ ਸਿੰਘ ਪੀਰ ਮੁਹੰਮਦ ਤੇ ਉਹਨਾਂ ਦੇ ਸਾਥੀ ਲਗਾਤਾਰ ਉਹਨਾਂ ਸਟੇਟਾਂ ਦੇ ਵਿੱਚ ਜਾ ਰਹੇ ਆ ਜਿੱਥੇ ਸਿੱਖਾਂ ਦੀ ਨਸਲਕੁਸ਼ੀ ਹੋਈ ਸੀ ਔਰ ਉਹ ਸਿਗਨੇਚਰ ਕਰਵਾ ਰਹੇ ਆ। ਹਾਂਜੀ। ਅੰਤਰਰਾਸ਼ਟਰੀ ਪੱਧਰ ਤੇ ਆਪਾਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜੇ ਸਿਗਨੇਚਰ ਕਰਵਾਉਣੇ ਆ ਜੀ। ਔਰ ਜਿਹੜੀ ਇੱਕ ਸੋਸ਼ਲ ਮੀਡੀਆ ਕੈਂਪੇਨ ਕੱਲੀ ਸਿੱਖ ਕਮਿਊਨਿਟੀ ਵਾਸਤੇ ਨਹੀਂ, ਦੂਜੀਆਂ ਕਮਿਊਨਿਟੀਜ਼ ਨੂੰ ਵੀ ਆਪਾਂ ਨੇ ਅਵੇਅਰ ਕਰਨਾ ਹੈ ਜੀ। ਕਿਉਂਕਿ ਕੇਸ ਜਿਹੜਾ ਬਣਦਾ ਪਿਆ ਉਹ ਸਿੱਖ ਸੋਵਰਨਿਟੀ ਦਾ, ਪਲੈਬਿਸਾਈਡ ਦਾ ਤੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ। ਹਾਂਜੀ। ਇਹ ਉਸ ਦਾ ਪਹਿਲਾ ਸਟੈਪ ਹੈ ਕਿ ਯੂਨਾਈਟਿਡ ਨੇਸ਼ਨਸ 'ਚ ਕ੍ਰਿਮੀਨਲ ਕੰਪਲੇਂਟ ਦਰਜ ਕੀਤੀ ਜਾਏ। ਜੀ। ਜਦੋਂ ਜਵਾਬ ਉਸ ਦੇਸ਼ ਵੱਲੋਂ ਆਏਗਾ ਤੇ ਉਸ ਦਾ ਫਿਰ ਸਾਡੇ ਕੋਲ ਜਵਾਬ ਦੇਣ ਦਾ ਸਾਨੂੰ ਸਮਾਂ ਮਿਲੇਗਾ। ਜੀ। ਉਹ 2014 ਦੇ ਵਿੱਚ ਉਮੀਦ ਕਰਦੇ ਹਾਂ ਕਿ ਉਹ ਸਾਰਾ ਗੱਲਬਾਤ ਜਿਹੜੀ ਹੈ ਸਾਹਮਣੇ ਆਏਗੀ। ਹਾਂਜੀ, ਬਿਲਕੁਲ। ਤੇ ਵੀਰ ਜੀ, ਸਰ ਇੱਕ ਸਿੱਖ ਸੰਗਤ ਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਵੈਬਸਾਈਟ ਦਾ ਹੈਗਾ 1984 sikhgenocide.org, ਰਾਈਟ ਵੀਰ ਜੀ? 1984 yes ICS ਜੀ genocide.org 1984 yes it's genocide.org। ਜੀ, ਸ਼ੁਕਰੀਆ ਵੀਰ ਜੀ। ਤੇ ਵੀਰ ਜੀ, ਇੱਕ ਹੋਰ ਕੇਸ ਸਾਹਮਣੇ ਕਿ 27 ਸਤੰਬਰ ਨੂੰ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਾਈਟ ਹਾਊਸ 'ਚ ਪ੍ਰੈਜ਼ੀਡੈਂਟ ਨੂੰ ਮਿਲਣ ਆ ਰਿਹਾ, ਅਮਰੀਕਨ ਪ੍ਰੈਜ਼ੀਡੈਂਟ ਨੂੰ ਮਿਲਣ ਆ ਰਿਹਾ, ਔਰ ਤੁਸੀਂ ਵਾਈਟ ਹਾਊਸ ਦੇ ਸਾਹਮਣੇ ਪ੍ਰੋਟੈਸਟ ਕਰ ਰਹੇ ਹੋ। ਇਸ ਪ੍ਰੋਟੈਸਟ ਬਾਰੇ ਵੀ ਸਾਡੀ ਸਿੱਖ ਸੰਗਤਾਂ ਨੂੰ ਜਾਣਕਾਰੀ ਦਿਓ। 27 ਸਤੰਬਰ ਨੂੰ ਇੱਕ ਬੜੀ ਉੱਚ ਪੱਧਰ ਦੀ ਜਿਹੜੀ ਮੀਟਿੰਗ ਆ ਉਹ ਪ੍ਰਾਈਮ ਮਿਨਿਸਟਰ ਮਨਮੋਹਨ ਜੀ ਤੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੀ ਵਾਈਟ ਹਾਊਸ 'ਚ ਹੋਣ ਜਾ ਰਹੀ ਹੈ। ਹਾਂਜੀ। ਉਸ ਸਬੰਧ ਦੇ ਵਿੱਚ ਅਸੀਂ ਪੂਰੀਆਂ ਸਿੱਖ ਸੰਗਤਾਂ ਔਰ ਸਿੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਇੱਕ ਜਸਟਿਸ ਰੈਲੀ ਜਿਹੜੀ ਹੈ ਉਹ ਅਸੀਂ ਵਾਈਟ ਹਾਊਸ ਦੇ ਸਾਹਮਣੇ ਕਰਦੇ ਪਏ ਹਾਂ। ਹਾਂਜੀ। ਔਰ ਉਸ ਜਸਟਿਸ ਰੈਲੀ ਦਾ ਮੁੱਖ ਮਕਸਦ ਵੀ ਸਿੱਖ ਨਸਲਕੁਸ਼ੀ ਦੇ ਨਾਲ ਜੁੜਦਾ। ਕਿਉਂਕਿ ਪਿਛਲੇ ਸਾਲ ਪ੍ਰੈਜ਼ੀਡੈਂਟ ਓਬਾਮਾ ਨੂੰ ਇੱਕ ਪਟੀਸ਼ਨ ਕੀਤੀ ਗਈ ਸੀ ਜਿਹਦੇ ਵਿੱਚੋਂ ਵਾਈਟ ਹਾਊਸ ਦਾ ਜਵਾਬ ਸੀ ਕਿ ਨਵੰਬਰ 1984 ਦੇ ਵਿੱਚ ਗ੍ਰੇਵ ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ ਸਿੱਖ ਕਮਿਊਨਿਟੀ ਦੀਆਂ ਔਰ ਅਜੇ ਤੱਕ ਜਸਟਿਸ ਨਹੀਂ ਮਿਲਿਆ। ਹਾਂਜੀ। ਔਰ ਉਹਨਾਂ ਨੇ ਫਰਦਰ ਐਡ ਕੀਤਾ ਵੀ ਪੰਜਾਬ ਦੇ ਵਿੱਚ ਵੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਤੇ ਟਾਰਚਰ ਹੋਏ ਆ ਔਰ ਉਹਨਾਂ ਦੇ ਕਾਤਲ ਜਿਹੜੇ ਹੈ ਉਹ ਉਹਨਾਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ। ਹਾਂਜੀ। ਸੋ ਅਸੀਂ ਇਹ ਪ੍ਰੈਜ਼ੀਡੈਂਟ ਓਬਾਮਾ ਨੂੰ ਵੀ ਰਿਮਾਈਂਡ ਕਰਾਉਣਾ ਹੈ ਕਿ ਪ੍ਰਾਈਮ ਮਿਨਿਸਟਰ ਮਨਮੋਹਨ ਸਾਹਮਣੇ ਬੈਠਾ ਹੈ, ਇਸ ਨੂੰ ਕੁਐਸਚਨ ਕਰੋ ਕਿ ਸਿੱਖ ਕੌਮ ਨੂੰ ਉਸ ਦੇਸ਼ ਦੇ ਵਿੱਚ ਜਿਸ ਦੇਸ਼ ਦੇ ਵਿੱਚ ਉਹਦਾ ਦਾ ਧਰਮ ਵੀ ਜਿਹੜਾ ਰੈਕੋਗਨਾਈਜ਼ ਨਹੀਂ ਕੀਤਾ ਜਾਂਦਾ ਤੇ ਤੁਸੀਂ ਆਪ ਸਿਰ ਤੇ ਦਸਤਾਰ ਸਜਾਈ ਹੈ ਪ੍ਰਾਈਮ ਮਿਨਿਸਟਰ ਮਨਮੋਹਨ ਨੇ ਕਿ ਇਸ ਕੌਮ ਨੂੰ ਇਨਸਾਫ ਦੇਣ ਦੇ ਲਈ ਜਾਂ ਇਹਨਾਂ ਨੂੰ ਆਜ਼ਾਦੀ ਦੇਣ ਦੇ ਲਈ ਤੁਸੀਂ ਅੱਜ ਤੱਕ ਕੀ ਕਰਦੇ ਪਏ ਹੋ। ਜੀ। ਸੋ ਅਸੀਂ ਜਿੱਥੇ ਜਿੱਥੇ ਤੱਕ ਵੀ TV 84 ਦੇ ਭੈਣ ਭਰਾ ਇਹ ਆਵਾਜ਼ ਸੁਣ ਰਹੇ ਆ, ਇੱਕ ਦਿਨ ਦਾ ਸਮਾਂ ਤੁਸੀਂ ਆਪਣੇ ਉਹਨਾਂ ਭੈਣ ਭਰਾਵਾਂ ਲਈ ਜੋ ਸ਼ਹੀਦ ਹੋਏ ਆ, ਚਾਹੇ ਜੂਨ 84 ਚ, ਚਾਹੇ ਨਵੰਬਰ ਚ, ਚਾਹੇ 84 ਤੋਂ ਲੈ ਕੇ 2007 ਸਿੱਖ ਕੌਮ ਦੇ ਆਨ ਮਾਨ ਤੇ ਸ਼ਾਨ ਦੇ ਲਈ ਉਹਨਾਂ ਦੀ ਯਾਦ ਤੇ ਉਹਨਾਂ ਦੀ ਆਵਾਜ਼ ਬਣਨ ਲਈ ਤੁਸੀਂ 27 ਸਤੰਬਰ ਨੂੰ ਵਾਈਟ ਹਾਊਸ ਦੇ ਸਾਹਮਣੇ ਇੱਕ ਦਿਨ ਆਪਣਾ ਜ਼ਰੂਰ ਕੱਢਿਓ। ਬਿਲਕੁਲ ਵੀਰ ਜੀ। ਤੇ ਅਸੀਂ ਵੀ ਸਿੱਖ ਸੰਗਤਾਂ ਸਾਹਮਣੇ ਇਹ ਅਰਦਾਸ ਕਰਦੇ ਕਿ ਤੁਸੀਂ ਹੁਮਾ ਕੇ 27 ਸਤੰਬਰ ਨੂੰ ਪਹੁੰਚੋ ਤਾਂ ਕਿ ਸਾਡੇ ਵੀਰ ਜੀ ਤੁਸੀਂ ਸਾਡੀ ਸਹਾਇਤਾ ਦਿਓ। ਤੇ ਵੀਰ ਜੀ, ਸਾਡੇ ਕੋਲ ਸਵਾਲ ਤੁਹਾਡੇ ਹੋਰ ਵੀ ਬਹੁਤ ਸਾਰੇ ਨੇ ਪਰ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਪਰ ਅੱਜ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੀ ਹਾਂ। ਸਮੇਂ-ਸਮੇਂ ਅਸੀਂ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਵਾਂਗੇ, ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।